ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਆਪਣੀਆਂ ਪਿਛਲੀਆਂ ਡਿਸਕਸ਼ਨਸ ਦੇ ਵਿੱਚ ਵੀ ਇਸ ਗੱਲ ਦਾ ਕਾਫੀ ਵਾਰ ਜ਼ਿਕਰ ਕੀਤਾ ਕਿ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਦੇ ਵਿੱਚ ਭਾਜਪਾ ਦੀ ਸਰਕਾਰ 2014 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ, ਉਦੋਂ RSS ਦੇ ਜਿਹੜੇ ਮੁਖੀ ਨੇ ਮੋਹਨ ਭਾਗਵਤ, ਉਹਨਾਂ ਦਾ ਬਿਆਨ ਸੀ ਕਿ ਅਸੀਂ 2020 ਤੱਕ ਭਾਰਤ ਦੇ ਹਰ ਬਸ਼ਿੰਦੇ ਨੂੰ ਹਿੰਦੂ ਬਣਾ ਦਿਆਂਗੇ। ਅੱਜ ਰੀਸੈਂਟਲੀ 2 ਦਿਨ ਪਹਿਲਾਂ ਉਹ ਮੋਹਨ ਭਾਗਵਤ ਨੇ ਜਿਹੜੇ ਉਹ ਤ੍ਰਿਪੁਰਾ ਜਿਹੜਾ ਭਾਰਤ ਦਾ ਸੂਬਾ ਹੈ ਉੱਥੇ ਦੌਰੇ ਤੇ ਗਏ ਹੋਏ ਨੇ ਤੇ ਇੱਕ ਫੰਕਸ਼ਨ ਦੇ ਵਿੱਚ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਲੰਘੇ ਐਤਵਾਰ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਰਹਿਣ ਵਾਲਾ ਹਰ ਇੱਕ ਬੰਦਾ ਹਿੰਦੂ ਹੈ। ਹਿੰਦੂਤਵਾਦ ਦਾ ਮਤਲਬ ਹੈ ਕਿ ਸਾਰਿਆਂ ਨੂੰ ਇਕੱਠਿਆਂ ਕੀਤਾ ਜਾਵੇ, ਸਾਰਿਆਂ ਨੂੰ ਯੂਨਾਈਟ ਕੀਤਾ ਜਾਵੇ। ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਹਰ ਇੱਕ ਮੁਸਲਮਾਨ ਜਿਹੜਾ ਭਾਰਤ ਦੇ ਵਿੱਚ ਵਸਦਾ ਹੈ ਉਹ ਹਿੰਦੂ ਹੈ। ਕਿਤੇ ਨਾ ਕਿਤੇ ਭਾਰਤ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ, ਪਰ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਇਸ ਗੱਲ ਦੀ ਕੀ ਅਹਿਮੀਅਤ ਹੈ, ਭਾਰਤ ਦੇ ਵਿੱਚ ਜਿਹੜੀ ਇਹ ਪੋਲਰਾਈਜੇਸ਼ਨ ਦੀ ਸਿਆਸਤ ਹੈ ਉਹ ਕਿਸ ਹਿਸਾਬ ਨਾਲ ਚੱਲ ਰਹੀ ਹੈ ਤੇ ਉੱਥੇ ਖਾਸ ਤੌਰ ਤੇ SGPC ਹੋਵੇ, ਅਕਾਲ ਤਖਤ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਮੁੱਖ ਸਿਆਸੀ ਧਿਰ ਹੈਗੀ ਹੈ, ਉਹਨਾਂ ਦਾ ਇਸ ਸਟੈਂਡ ਤੇ ਇਸ ਇਸ਼ੂ ਦੇ ਉੱਪਰ ਕੋਈ ਬਿਆਨ ਨਾ ਆਉਣਾ ਕੀ ਮਾਇਨੇ ਰੱਖਦਾ ਹੈ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਮੈਂ ਗੱਲ ਕੀਤੀ ਹੈ ਇੰਟਰੋਡਕਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਕਿ ਮੋਹਨ ਭਾਗਵਤ ਦਾ ਜਿਹੜਾ ਇਹ ਬਿਆਨ ਆਇਆ ਕਿ ਭਾਰਤ ਦੇ ਵਿੱਚ ਰਹਿਣ ਵਾਲਾ ਹਰ ਇੱਕ ਬੰਦਾ ਹਿੰਦੂ ਹੈ, ਇਹਦਾ ਥੋੜਾ ਕਿ ਕਈ ਜਥੇਬੰਦੀਆਂ ਵੱਲੋਂ, ਮੁਸਲਮਾਨ ਜਥੇਬੰਦੀਆਂ ਵੱਲੋਂ ਜਾਂ ਹੋਰ ਪਾਸਿਆਂ ਤੋਂ ਵਿਰੋਧ ਵੀ ਹੋ ਰਿਹਾ। ਸੋ ਤੁਸੀਂ ਇਸ ਬਿਆਨ ਦੇ ਨਾਲ ਕਿਵੇਂ ਰਿਲੇਟ ਕਰਦੇ ਹੋ ਤੇ ਨਾਲ ਹੀ ਜਿਹੜੀ ਇਹ RSS ਦੀ ਪੋਲਰਾਈਜੇਸ਼ਨ ਦੀ, ਨਫ਼ਰਤ ਦੀ, ਹਿੰਦੂਤਵਾਦੀ ਜਿਹੜੀ ਨੀਤੀ ਹੈ, ਇਸ ਬਾਬਤ ਅੱਜ ਦੀ ਡੇਟ ਦੇ ਵਿੱਚ ਜੋ ਉਹਨਾਂ ਦਾ ਗਲਬਾ ਕਿੰਨਾ ਕੁ ਸਟਰੋਂਗ ਹੋ ਚੁੱਕਿਆ ਭਾਰਤ ਦੇ ਵਿੱਚ, ਕੀ ਕਹਿਣਾ ਚਾਹੋਗੇ ਓਵਰਆਲ ਇਸ ਸਾਰੀ ਸਿਚੁਏਸ਼ਨ ਬਾਰੇ? ਦੇਖੋ ਜੀ, ਬੜੀ ਸਾਫ਼ ਗੱਲ ਹੈ ਕਿ ਹੁਣ ਚੌਥਾ ਦਿਨ ਹੈ ਹਿੰਦੁਸਤਾਨ ਦੇ ਟਾਈਮ ਦੇ ਮੁਤਾਬਕ ਔਰ ਚੌਥੀ ਸਵੇਰ ਹੈ ਜੀ। ਇੱਕ ਵੀ ਪ੍ਰਦਰਸ਼ਨ ਜਾਂ ਪ੍ਰੋਟੈਸਟ ਜਾਂ ਵਿਰੋਧ ਜਾਂ ਪ੍ਰੈਸ ਕਾਨਫਰੰਸ ਜਾਂ ਕਿਸੇ ਨੇ ਕਿਸੇ ਨੂੰ ਕਮਿਊਨੀਕੇਸ਼ਨ ਭੇਜਿਆ ਹੋਵੇ ਮੋਹਨ ਭਾਗਵਤ ਦੇ ਖਿਲਾਫ, ਇਹ ਹੁਣ ਤੱਕ ਨਹੀਂ ਹੋਇਆ। ਚੌਥਾ ਦਿਨ ਹੈ ਕਿਸੇ ਵੀ ਜਥੇਬੰਦੀ ਵੱਲੋਂ ਔਰ ਬਹੁਤ ਵੱਡਾ ਖਤਰਾ ਬਣ ਗਿਆ ਸੰਘ ਪਰਿਵਾਰ। ਮੋਹਨ ਭਾਗਵਤ ਨੇ ਅੱਜ ਤੋਂ 4 ਦਿਨ ਪਹਿਲਾਂ ਜਿਹੜਾ ਮੀਡੀਆ ਦੇ ਸਾਹਮਣੇ ਪਬਲਿਕਲੀ ਇਹ ਗੱਲ ਕਹੀ ਹੈ ਕਿ ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਬਸ਼ਿੰਦਾ ਉਹ ਹਿੰਦੂ ਹੈ ਜੀ ਔਰ ਇਹ ਹਿੰਦੁਸਤਾਨ ਹੈ। ਬੜੀ ਸਾਫ਼ ਗੱਲ ਕੀ ਹੈ ਕਿ ਤੁਸੀਂ ਸਿੱਖ ਨਹੀਂ ਹੋ, ਤੁਸੀਂ ਮੁਸਲਮਾਨ ਨਹੀਂ ਹੈਗੇ, ਤੁਸੀਂ ਹਿੰਦੂ ਹੋ। ਤੁਹਾਨੂੰ ਸਿੱਧੇ ਤੌਰ ਤੇ ਗੱਲ ਕਰ ਦਿੱਤੀ ਹੈ ਮੋਹਨ ਭਾਗਵਤ ਨੇ। ਤੇ ਮੋਹਨ ਭਾਗਵਤ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ। ਸੰਘ ਪਰਿਵਾਰ ਦੇ 10 ਕਰੋੜ ਸੰਘੀ ਨੇ ਇਸ ਮੁਲਕ ਦੇ ਵਿੱਚ, ਜਿਹੜੇ ਉਹਨਾਂ ਦੇ ਕਾਰਿਆਕਰਤਾ ਨੇ। ਇਹ 10 ਕਰੋੜ ਬੰਦੇ ਉਹ ਨੇ ਜਿਹੜੇ ਬੜੇ ਐਕਟਿਵ ਨੇ ਔਰ ਇਹਨਾਂ ਦੀਆਂ ਫੈਮਿਲੀ ਅੱਗੋਂ ਤੁਸੀਂ ਮੰਨ ਲਓ ਤਾਂ ਕਰੋੜਾਂ ਦੇ ਵਿੱਚ ਇਹ ਬੰਦੇ ਦੇਸ਼ ਭਰ ਦੇ ਵਿੱਚ ਫੈਲੇ ਹੋਏ ਨੇ ਜੀ। ਅੱਜ ਦੇਸ਼ ਦਾ ਰਾਸ਼ਟਰਪਤੀ ਖਤਰਾ ਇਸ ਕਰਕੇ ਬਹੁਤ ਵੱਡਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਸੰਘੀ ਹੈ, ਸੰਘ ਪਰਿਵਾਰ ਦਾ ਕਾਰਿਆਕਰਤਾ ਹੈ। ਅੱਜ ਖਤਰਾ ਇਸ ਕਰਕੇ ਬਹੁਤ ਵੱਡਾ ਬਣ ਗਿਆ ਹੈ ਕਿ ਮੋਹਨ ਭਾਗਵਤ ਜਿਸ ਸੰਘ ਪਰਿਵਾਰ ਦਾ ਮੁਖੀ ਹੈ, ਉਸ ਸੰਘ ਪਰਿਵਾਰ ਦਾ ਹਿੰਦੁਸਤਾਨ ਦਾ ਜਿਹੜਾ ਉਪ ਰਾਸ਼ਟਰਪਤੀ ਹੈ ਉਹ ਵੀ ਸੰਘੀ ਹੈ, ਕਾਰਿਆਕਰਤਾ ਹੈ। ਇਸ ਮੁਲਕ
ਜੀ ਨੇ ਤੇ ਸੰਘੀਆਂ ਦੇ ਪ੍ਰਮੁੱਖ ਨੇ ਚੁਣੌਤੀ ਦੇ ਦਿੱਤੀ ਹੈ ਕਿ ਅਸੀਂ ਤੇ ਆਪਣੀ ਨਜ਼ਰ ਤੋਂ ਦੇਖਣਾ ਸੰਸਾਰ, ਅਸੀਂ ਸਿੱਖ ਹੁੰਦੇ ਹਾਂ। ਸਾਡੇ ਇਹ ਚੁਣੌਤੀ ਜਿਹੜੀ ਹੈ ਸਿੱਖ ਕੌਮ ਨੂੰ ਬਿਲਕੁਲ ਸਿੱਧੀ ਹੈ। ਕੋਈ ਕਿਸ ਤਰ੍ਹਾਂ ਲੈਂਦਾ, ਦੂਸਰੀਆਂ ਕਮਿਊਨਿਟੀ ਦੇ ਬੰਦੇ ਕਿੱਦਾਂ ਇਸਦਾ ਵਿਰੋਧ ਕਰਦੇ ਨੇ ਨਹੀਂ ਕਰਦੇ, ਇੱਕ ਅਲੱਗ ਗੱਲ ਹੈ। ਪਰ ਇਹ ਸਾਨੂੰ ਤੇ ਸਿੱਧੀ ਸਿੱਖ ਕੌਮ ਨੂੰ ਚੁਣੌਤੀ ਹੈ, ਬਾਈ ਤੁਸੀਂ ਸਰਦਾਰ ਜਿਹੜੇ ਹੋ, ਤੁਸੀਂ ਹਿੰਦੁਸਤਾਨ ਵਿੱਚ ਰਹਿੰਦੇ ਹੋ ਤੇ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਨਹੀਂ ਹੋ, ਹਿੰਦੂ ਹੋ ਜੀ। ਇਹ ਉਹ ਬੰਦੇ ਕਹਿ ਰਹੇ ਨੇ ਜਿਹੜੇ ਰੂਲ ਕਰ ਰਹੇ ਨੇ ਇਸ ਮੁਲਕ ਦੇ ਵਿੱਚ, ਜਿਹੜੇ ਰੂਲਰ ਨੇ, ਉਹਨਾਂ ਨੇ ਬੜੇ ਤਰੀਕੇ ਨਾਲ, ਬੜੇ ਇਨਡਾਇਰੈਕਟ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸਾ ਪੰਥ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਉਹਨਾਂ ਨੇ ਗੁਰੂਆਂ ਨੂੰ ਚੁਣੌਤੀ ਦੇ ਦਿੱਤੀ ਹੈ ਔਰ ਇਹਦੇ ਮਾਇਨੇ ਬਹੁਤ ਵੱਡੇ ਨੇ। ਇਹ ਮਾਇਨੇ ਇਸ ਕਰਕੇ ਬਹੁਤ ਵੱਡੇ ਨੇ, ਸਾਡਾ ਪਿਛੋਕੜ ਬਹੁਤ ਭਾਰੀ ਹੈ, ਸਿੱਖ ਕੌਮ ਦਾ ਪਿਛੋਕੜ ਬਹੁਤ ਭਾਰੀ ਹੈ। ਸ਼ਹੀਦ ਸਿੱਖ ਜਰਨੈਲਾਂ ਨੇ ਆਪਾ ਵਾਰ ਕੇ ਇਸ ਦੇਸ਼ ਵਾਸਤੇ, ਇਸ ਕੌਮ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ, ਜਿਸ ਨੂੰ ਇਹ ਮੁਕਰ ਗਏ ਨੇ, ਔਰ ਇਸ ਵਕਤ ਬਹੁਤ ਵੱਡਾ ਖਤਰਾ ਇਸ ਕਰਕੇ ਵੱਧ ਗਿਆ ਹੈ ਕਿ ਇਹਨਾਂ ਦਾ ਜਿਹੜਾ ਰੁਖ ਹੈ ਉਹ ਇੱਕ ਤਰ੍ਹਾਂ ਦਾ ਬੜਾ ਸਖਤ ਹੈ ਔਰ ਪ੍ਰੈਕਟੀਕਲੀ ਵੀ ਇਹ ਕੰਮ ਇਹਨਾਂ ਨੇ ਸ਼ੁਰੂ ਕਰ ਦਿੱਤੇ। ਇਹ ਗੱਲ ਹੈ ਜੀ ਅਮਰਵੀਰ ਜੀ। ਜੀ ਬਿਲਕੁਲ ਬੱਬਰ ਸਾਹਿਬ, ਜਿਵੇਂ RSS ਦੀ ਇਹ ਆਈਡੀਓਲੋਜੀ ਹੈ, ਪਹਿਲੇ ਦਿਨ ਤੋਂ ਉਹਨਾਂ ਦੀ ਜਿਹੜੀ ਇਹ ਨੀਤੀ ਹੈ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਨੂੰ ਉਹ ਲਾਗੂ ਕਰ ਰਹੇ ਨੇ ਤੇ BJP ਜਿਹੜੀ ਹੈ ਉਹ RSS ਦਾ ਹੀ ਇੱਕ ਪੋਲੀਟੀਕਲ ਵਿੰਗ ਹੈ। ਸੋ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਇਹਦੇ ਪਿਛੋਕੜ ਨੂੰ ਦੇਖਦੇ ਹਾਂ, ਤਾਂ ਜਿਸ ਹਿਸਾਬ ਨਾਲ 2014 ਦੇ ਵਿੱਚ BJP ਪਾਵਰ ਦੇ ਵਿੱਚ ਆਈ ਹੈ ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਣ ਸਟੇਟ ਅਸੈਂਬਲੀਜ਼ ਦੇ ਜੇ ਦੇਖਣੀ ਹੋਵੇ ਤਾਂ ਭਾਰਤ ਦੇ ਵਿੱਚ 19 ਸੂਬਿਆਂ ਦੇ ਵਿੱਚ BJP ਜਿਹੜੀ ਹੈ ਉਹ ਜਾਂ ਤਾਂ ਡਾਇਰੈਕਟਲੀ ਮੈਜੋਰਿਟੀ ਦੇ ਵਿੱਚ ਪਾਵਰ ਦੇ ਵਿੱਚ ਹੈ ਜਾਂ ਫਿਰ ਉਹ ਭਾਈਵਾਲ ਹੈਗੇ ਆ, ਸਰਕਾਰ ਦੇ ਵਿੱਚ ਉਹਨਾਂ ਦੀ ਸਾਂਝ ਹੈਗੀ ਹੈ। ਸੋ ਜਿਸ ਹਿਸਾਬ ਨਾਲ ਉਹਨਾਂ ਦਾ ਗਲਬਾ ਹੈਗਾ ਇਸ ਟਾਈਮ ਭਾਰਤ ਦੀ ਸਾਰੀ ਲੈਜਿਸਲੇਚਰ ਦੇ ਉੱਪਰ, ਭਾਵੇਂ ਉਹ ਅਸੀਂ ਜੁਡੀਸ਼ਰੀ ਦੇ ਐਂਗਲ ਦੇ ਵਿੱਚ ਦੇਖੀਏ ਜਾਂ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਦੇਖੀਏ, ਤਾਂ ਕੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਨੂੰ ਤੁਸੀਂ ਕਿਵੇਂ ਭਾਂਪਦੇ ਹੋ? ਜਿਹੜੀ ਇਹ ਨੀਤੀ ਹਿੰਦੀ ਹਿੰਦੂ ਹਿੰਦੁਸਤਾਨ ਦੀ ਉਹ ਲਾਗੂ ਕਰਨ ਤੇ ਤੁਲੇ ਹੋਏ ਆ, ਕਾਫੀ ਹੱਦ ਤੱਕ ਉਹ ਆਪਣੇ ਆਪ ਨੂੰ ਸਮਝ ਰਹੇ ਆ ਕਿ ਅਸੀਂ ਸਫਲ ਹੋ ਚੁੱਕੇ ਹਾਂ ਇਸ ਦੇ ਵਿੱਚ। ਹੁਣ ਉਹਦੇ ਜਿਹੜੇ ਕਲੇਮਸ ਨੇ, ਜਿੱਥੇ ਪਹਿਲਾਂ ਇਹ ਸੀ ਵੀ ਅਸੀਂ ਬਣਾ ਦਿਆਂਗੇ, ਹੁਣ ਉਹ ਇਹ ਕਹਿਣ ਲੱਗ ਗਏ ਆ ਕਿ ਅਸੀਂ ਇੱਥੇ ਰਹਿਣ ਵਾਲੇ ਹਿੰਦੂ ਨੇ। ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਘੱਟ ਗਿਣਤੀਆਂ ਲਈ ਕਿੰਨਾ ਕੁ ਘਾਤਕ ਨਜ਼ਰ ਆਉਂਦਾ? ਦੇਖੋ ਜੀ, ਮੈਂ ਇੱਕ ਗੱਲ ਤੁਹਾਨੂੰ ਅਮਰਵੀਰ ਜੀ ਦੱਸਣਾ ਚਾਹੁੰਦਾ ਕਿ ਮੁਸਲਮਾਨ ਭਰਾਵਾਂ ਦੇ ਤੇ ਬੜੇ ਮੁਲਕ ਨੇ, ਬੜੇ ਦੇਸ਼ ਨੇ, ਬੜੀਆਂ ਸਰਕਾਰਾਂ ਨੇ, ਬੜੀ ਤਾਕਤ ਹੈ ਉਹਨਾਂ ਕੋਲ। ਸਾਡਾ ਤੇ ਕੋਈ ਮੁਲਕ ਹੀ ਨਹੀਂ ਹੈਗਾ, ਸਾਡੇ ਕੋਲ ਤਾਂ ਕੋਈ ਤਾਕਤ ਹੀ ਨਹੀਂ ਹੈਗੀ। ਅਸੀਂ ਤੇ ਇਸ ਮੁਲਕ ਦੇ ਵਿੱਚ 1.5 ਅਰਬ ਲੋਕਾਂ ਦੇ ਵੀ ਸਿਰਫ 1.5% ਦੇ ਕਰੀਬ ਆ ਜੀ। ਸਾਡੀ ਬੜੀ ਵੱਡੀ ਗਿਣਤੀ ਪੰਜਾਬ ਦੇ ਪਿੰਡਾਂ 'ਚ ਹੈ, ਬਾਕੀ ਆਪਾਂ ਕਿੱਥੇ ਵੀ ਨਜ਼ਰ ਨਹੀਂ ਆਉਂਦੇ। ਇਹਨਾਂ ਨੇ ਜਿਹੜਾ ਰੁਖ ਬਣਾ ਦਿੱਤਾ ਹੈ ਕਿ ਇਹ ਗੱਲ ਅਸੀਂ ਤੇ ਆਪਣੇ ਨੁਕਤੇ ਦੇ ਮੁਤਾਬਕ ਦੇਖਦੇ ਹਾਂ, ਅਸੀਂ ਤੇ ਆਪਣੀ ਨਜ਼ਰ ਨਾਲ ਆਪਣੀ ਕੌਮ ਨੂੰ ਦੇਖਦੇ ਹਾਂ। ਅਸੀਂ ਸਮਝਦੇ ਹਾਂ ਇਸ ਵਕਤ ਸੰਘ ਪਰਿਵਾਰ ਬੜੇ ਤਰੀਕੇ ਨਾਲ ਗੁਰਦੁਆਰਿਆਂ ਦੇ ਵਿੱਚ ਵੜ ਗਿਆ। ਉਹਨਾਂ ਦਾ ਇੱਕ ਸੰਗਠਨ ਹੈ ਰਾਸ਼ਟਰੀ ਸਿੱਖ ਸੰਗਤ, ਜਿਹੜੇ ਆਪਣੇ ਆਪ ਨੂੰ ਕੇਸ਼ਾਧਾਰੀ ਹਿੰਦੂ ਕਹਿੰਦੇ ਆ, ਤੇ ਸੰਘ ਪਰਿਵਾਰ ਸਾਨੂੰ ਹਮੇਸ਼ਾ ਕੇਸਾਧਾਰੀ ਹਿੰਦੂ ਹੀ ਕਹਿੰਦਾ ਹੈ। ਉਹ ਸਾਨੂੰ ਸੰਬੋਧਨ ਹੀ ਏਦਾਂ ਕਰਦੇ ਆ। ਹੁਣ ਖਤਰਾ ਇਸ ਕਰਕੇ ਵੱਡਾ ਸਾਡਾ, ਮੈਂ ਸਮੁੱਚੇ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਦੀ ਨਹੀਂ ਗੱਲ ਕਰਦਾ, ਕਿਉਂਕਿ ਅਸੀਂ ਅਲੱਗ ਤਰ੍ਹਾਂ ਦੀ ਘੱਟ ਗਿਣਤੀ ਵਾਲੇ ਬੰਦੇ ਹਾਂ। ਜਿਹੜੇ ਕ੍ਰਿਸਚਨ ਨੇ ਸੰਸਾਰ ਦੇ ਵਿੱਚ ਰੂਲ ਕਰ ਰਹੇ ਨੇ ਔਰ ਰੂਲਰ ਨੇ, ਪਾਵਰਫੁਲ ਨੇ, ਉਹਨਾਂ ਦੇ ਬੜੇ ਮੁਲਕ ਨੇ ਜੀ। ਮੁਸਲਮਾਨ ਭਰਾਵਾਂ ਦੇ ਬੜੇ ਮੁਲਕ ਨੇ। ਸਾਡੇ ਕੋਲੋਂ ਅਸੀਂ ਆਪਣੀ ਹੋਂਦ ਦੇਖਦੇ ਹਾਂ, ਸਾਡੀ ਹੋਂਦ ਖਤਰੇ ਵਿੱਚ ਹੈ, ਸਾਡੀ ਐਗਜ਼ਿਸਟੈਂਸ ਖਤਰੇ 'ਚ ਹੈ ਹਿੰਦੁਸਤਾਨ ਦੇ ਵਿੱਚ। ਅਸੀਂ ਤੇ ਇਹ ਮਹਿਸੂਸ ਕਰਦੇ ਹਾਂ ਨਾ ਕਿ ਜਿਸ ਤਰੀਕੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੰਘ ਪਰਿਵਾਰ ਵੜ ਗਿਆ,
ਬੀਜੇਪੀ ਵੜ ਗਈ ਹੈ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਡੀਆਂ ਸੰਸਥਾਵਾਂ ਦੇ ਵਿੱਚ ਸੰਘ ਪਰਿਵਾਰ ਚੰਗੀ ਤਰ੍ਹਾਂ ਬੜੀ ਮਜ਼ਬੂਤੀ ਨਾਲ ਵੜ ਗਿਆ ਜੀ, ਔਰ ਸਾਰੇ ਡੇਰਿਆਂ ਦੇ ਵਿੱਚ ਬਾਬਿਆਂ ਨੂੰ ਇਹਨਾਂ ਨੇ ਕੰਟਰੋਲ ਵਿੱਚ ਕਰ ਰੱਖਿਆ। ਮੈਨੂੰ ਏਦਾਂ ਐਜ ਏ ਜਰਨਲਿਸਟ ਜਾਪਦਾ ਹੈ ਕਿ ਜਿਹੜੀ ਸੋਚ ਹੈ ਸਿੱਖ ਨੌਜਵਾਨਾਂ ਦੀ ਹਿੰਦੁਸਤਾਨ ਦੇ ਵਿੱਚ, ਉਹ ਬਦਲਣ ਵਾਸਤੇ ਸੰਘ ਪਰਿਵਾਰ ਨੇ ਗੁਰਦੁਆਰਿਆਂ ਵਿੱਚ ਵੈਲ ਪਲਾਨ, ਵੈਲ ਆਰਗੇਨਾਈਜ਼ਡ, ਬੜੇ ਜ਼ੋਰਦਾਰ ਤਰੀਕੇ ਨਾਲ ਐਂਟਰੀ ਕਰ ਦਿੱਤੀ ਜੀ। ਇਸ ਦਾ ਮੈਂ ਸਬੂਤ ਤੁਹਾਨੂੰ ਦੇ ਸਕਦਾ। ਅੱਜ 4 ਦਿਨ ਹੋ ਗਏ ਨੇ, ਤੁਹਾਨੂੰ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹਿੰਦੂ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਜ਼ਾਨਾ ਕਿਸੇ ਨਾ ਕਿਸੇ ਮਾਮਲੇ ਤੇ ਅਖਬਾਰ ਵਾਲਿਆਂ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਦੇ ਆ। ਸ਼੍ਰੋਮਣੀ ਕਮੇਟੀ, ਅਕਾਲੀ ਦਲ, ਤੁਸੀਂ ਦੇਖੋ ਸਾਰੀਆਂ ਪੰਥਕ ਜਥੇਬੰਦੀਆਂ, ਚਾਹੇ ਉਹ ਦਮਦਮੀ ਟਕਸਾਲ ਕਿਉਂ ਨਾ ਹੋਵੇ, ਸਾਰੀਆਂ ਜੁਝਾਰੂ ਜਥੇਬੰਦੀਆਂ, ਇਹਨਾਂ ਸਾਰੀਆਂ ਜਥੇਬੰਦੀਆਂ ਇਹ ਇਦਾਂ ਚੁੱਪ ਨੇ ਜਿੱਦਾਂ ਡਰ ਗਏ ਨੇ, ਡਰ ਕੇ ਚੁੱਪ ਹੋ ਗਏ ਨੇ। ਹੋਣਾ ਤੇ ਇਹ ਚਾਹੀਦਾ ਸੀਗਾ। ਜਿਸ ਦਿਨ ਅੱਜ ਤੋਂ 4 ਦਿਨ ਪਹਿਲਾਂ ਮੋਹਨ ਭਾਗਵਤ ਨੇ ਖੁੱਲੀ ਚੁਣੌਤੀ ਦਿੱਤੀ ਕਿ ਤੁਸੀਂ ਹਿੰਦੂ ਹੋ, ਇਹਨਾਂ ਨੂੰ ਚਾਹੀਦਾ ਸੀਗਾ ਜ਼ਬਰਦਸਤ ਵਿਰੋਧ ਕਰਨਾ, ਜ਼ਬਰਦਸਤ ਵਿਰੋਧ ਕਰਨਾ, ਪ੍ਰਾਈਮ ਮਿਨਿਸਟਰ ਨੂੰ ਮਿਲਣਾ, ਪ੍ਰੈਜ਼ੀਡੈਂਟ ਨੂੰ ਮਿਲਣਾ, ਇਹਨਾਂ ਦੇ ਸੰਘ ਪਰਿਵਾਰ ਦੇ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕਰਨੇ ਔਰ ਇਹਨਾਂ ਨੂੰ ਇੱਕ ਅਲਟੀਮੇਟਮ ਦੇਣਾ। ਜਿਹੜੇ ਡਰ ਕੇ ਚੁੱਪ ਕਰਕੇ ਘਰਾਂ 'ਚ ਵੜ ਗਏ ਨੇ, ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ। ਔਰ ਅਫਸੋਸ ਇਸ ਕਰਕੇ ਹੈ ਕਿ ਗੁਰਦੁਆਰਿਆਂ 'ਚ ਉਹਨਾਂ ਦੀ ਐਂਟਰੀ ਹੈ, ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀ ਇੰਟਰਫੇਰੈਂਸ ਹੈ। ਤੇ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਹਿੰਦੁਸਤਾਨ ਦੇ ਵਿੱਚ, ਗੁਰਦੁਆਰਾ ਕਮੇਟੀਆਂ, ਇਹਨਾਂ ਦਾ ਕੰਮ ਹੈ ਸਰੋਪੇ ਪਾਉਣੇ। ਇਹ ਦੌੜ ਕੇ ਜਾਂਦੇ ਆ ਰਾਜਨਾਥ ਸਿੰਘ ਦੇ ਘਰ, ਸੁਸ਼ਮਾ ਦੇ ਘਰ, ਮੋਦੀ ਦੇ ਕੋਲ, ਦੌੜ ਕੇ ਜਾਂਦੇ ਆ ਸਰੋਪੇ ਪਾਉਣ ਜੀ। ਛੋਟੀਆਂ ਗੱਲਾਂ ਤੇ ਸਰੋਪੇ ਪਾਉਣ ਜਾਂਦੇ ਆ, ਸਟੇਜਾਂ ਤੇ ਬੁਲਾ ਕੇ ਇਹਨਾਂ ਨੂੰ ਸਰੋਪੇ ਪਾਉਂਦੇ ਆ। ਇਹਨਾਂ ਨੂੰ ਹੁਣ ਇੱਕੋ ਹੀ ਕੰਮ ਰਹਿ ਗਿਆ, ਜੇ ਇਹਨਾਂ ਦੇ ਵਿੱਚ ਉਹ ਹੁੰਦੀ ਥੋੜੀ ਜੀ ਗੱਲ ਤੇ ਅੱਜ ਵਿਰੋਧ ਹੋਣਾ ਚਾਹੀਦਾ ਸੀ ਬਹੁਤ ਵੱਡਾ, ਕਿਉਂਕਿ ਇਹ ਸ਼ੁਰੂਆਤ ਨਹੀਂ ਹੈ। ਸੰਘ ਪਰਿਵਾਰ ਬਹੁਤ ਅੱਗੇ ਵੱਧ ਗਿਆ ਹੈ। ਅੱਜ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ ਹਿੰਦੁਸਤਾਨ ਦੇ ਵਿੱਚ, ਇਹ ਗੱਲ ਜੀ। ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਬਿਆਨ ਕੀਤਾ ਕਿ ਅੱਜ ਸਿੱਖਾਂ ਦੀ ਹੋਂਦ ਨੂੰ ਖਤਰਾ ਹੈਗਾ ਭਾਰਤ ਦੇ ਵਿੱਚ, ਤੇ ਜਿਹੜੀ ਸਿੱਖ ਲੀਡਰਸ਼ਿਪ ਇਸ ਵਕਤ ਰੂਲ ਕਰ ਰਹੀ ਹੈ, ਖਾਸ ਤੌਰ ਤੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਜਾਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ, ਉਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਤੇ ਕਿਤੇ ਨਾ ਕਿਤੇ, ਜਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਹੈਗੀ ਹੈ, ਉਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਇਹਦੇ ਤੇ ਕਿ ਉਹ ਇਸ ਵਕਤ ਚੁੱਪ ਕਿਉਂ ਨੇ। ਤੇ ਜੇ ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਦੇ ਹਾਂ ਬੱਬਰ ਸਾਹਿਬ, ਜਦੋਂ ਅਸੀਂ ਭਾਰਤ ਦੇ ਸੰਵਿਧਾਨ ਦੀ, ਕੌਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਵੀ ਜਿਹੜੀ ਧਾਰਾ 25(b) ਦੀ ਸਬ ਕਲੌਜ਼ 2 ਹੈਗੀ ਹੈ, ਉਹਦੇ ਵਿੱਚ ਵੀ ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ। ਬਾਕੀ ਬੋਧੀਆਂ ਜੈਨੀਆਂ ਨੂੰ ਵੀ ਹਿੰਦੂਇਜ਼ਮ ਦੇ ਨਾਲ ਹੀ ਜਿਹੜਾ ਹੈਗਾ ਉਹ ਕਲੱਬ ਕੀਤਾ ਗਿਆ। ਜਿੱਥੇ ਜਦੋਂ ਇਹ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਉੱਥੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨ ਦਿੱਤਾ ਗਿਆ ਸੀ, ਤੇ ਅੱਜ ਇਸ ਪਾਠ ਨੂੰ ਅਮਲੀ ਜਾਮਾ ਪਹਿਨਾਉਣ ਦੀ ਜਿਹੜੀ ਨੀਤੀ ਹੈ, ਉਹਦੇ ਤੇ ਕੰਮ ਹੋ ਰਿਹਾ ਹੈ। ਇਹ ਜਿਹੜਾ ਇੱਕ ਤਬਦੀਲੀ ਆਈ ਹੈ ਇਹਦੇ ਵਿੱਚ, ਜਾਂ ਉਦੋਂ ਦੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ, ਕੀ ਫਰਕ ਤੁਹਾਨੂੰ ਨਜ਼ਰ ਆਉਂਦਾ ਹੈ? ਦੇਖੋ, ਫਰਕ ਬਿਲਕੁਲ ਸਾਫ਼ ਹੈ। ਸੰਘ ਪਰਿਵਾਰ ਜਿਹੜਾ ਹਿੰਦੁਸਤਾਨ ਦੇ ਵਿੱਚ ਰੂਲਰ ਹੋ ਗਿਆ, ਰਾਜ ਕਰਨ ਲੱਗ ਪਿਆ, ਅੰਗਰੇਜ਼ਾਂ ਦੀ ਤਰ੍ਹਾਂ, ਮੁਗਲਾਂ ਦੀ ਤਰ੍ਹਾਂ। ਇਹ ਹੁਣ ਰੂਲਰ ਹੋ ਗਏ ਨੇ। ਜਿੱਦਾਂ ਸਿੱਖਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ, ਮੁਗਲਾਂ ਨਾਲ ਲੜਾਈਆਂ ਲੜੀਆਂ, ਤੇ ਮੈਨੂੰ ਤੇ ਏਦਾਂ ਜਾਪਦਾ ਸਿੱਖਾਂ ਨੂੰ ਹੁਣ ਇਹਨਾਂ ਸੰਘੀਆਂ ਨਾਲ ਜਿਹੜਾ ਲੜਨਾ ਪੈਣਾ, ਕਿਉਂਕਿ ਵਿਰੋਧ ਕਰਨ ਦਾ ਹੁਣ ਜਿਹੜਾ ਮਾਮਲਾ ਹੈ, ਹੁਣ ਰੂਲਰ ਜਿਹੜਾ ਸੰਘੀ ਸਾਹਮਣੇ ਖੜਾ ਹੋ ਗਿਆ। ਕਿਸੇ ਵਕਤ ਮੁਗਲ ਸਾਹਮਣੇ ਸੀ ਸਿੱਖਾਂ ਦੇ, ਕਿਸੇ ਵਕਤ ਅੰਗਰੇਜ਼ ਸੀ ਸਿੱਖਾਂ ਦੇ ਸਾਹਮਣੇ, ਅੱਜ ਸਿੱਖਾਂ ਦੇ ਸਾਹਮਣੇ ਸੰਘ ਪਰਿਵਾਰ ਖੜਾ ਹੋ ਗਿਆ ਜੀ। ਅੱਜ ਜਿਹੜੀ ਗੱਲ ਤੁਸੀਂ ਸੰਵਿਧਾਨ ਦੀ ਕਹੀ ਆ, ਸੰਵਿਧਾਨ ਸੀਗਾ
नो डाउट, पर हुण इन्हां ने अमली जामा पहना दिता है और इस ते काम कर रहे हैं। इस करके मैं तुहाडे मंच तो दुनिया भर विच फैले सिखां नूं अपील करना जरूर चाहांगा कि तुसी विदेशां 'च बैठे ਜਿਹੜੀਆਂ ਸਿੱਖ ਜਥੇਬੰਦੀਆਂ ਦੇ ਮੁਖੀ ਹਨ, ਉਹਨਾਂ ਨੂੰ ਚਾਹੀਦਾ ਹੈ ਇਸ ਮੁੱਦੇ ਤੇ ਜ਼ੋਰਦਾਰ ਵਿਰੋਧ ਪ੍ਰਗਟ ਕਰਨ, ਡਟ ਕੇ ਵਿਰੋਧ ਪ੍ਰਗਟ ਕਰਨ। ਉਹਦੀ ਗੂੰਜ ਹਿੰਦੁਸਤਾਨ ਤੱਕ ਆਉਣੀ ਚਾਹੀਦੀ ਹੈ ਤਾਂ ਕਿ ਇੱਥੇ ਦੀ ਸਰਕਾਰ ਨੂੰ ਔਰ ਸੰਘੀਆਂ ਨੂੰ ਪਤਾ ਲੱਗੇ ਕਿ ਸੰਸਾਰ ਭਰ ਦੇ ਸਿੱਖਾਂ ਨੇ ਇਸ ਗੱਲ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਜੇ ਤੁਸੀਂ ਸਿੱਖਾਂ ਨੂੰ ਹਿੰਦੂ ਕਹੋਗੇ ਤੇ ਦੁਨੀਆ ਭਰ ਦੇ ਸਿੱਖ ਬਰਦਾਸ਼ਤ ਨਹੀਂ ਕਰਨਗੇ। ਇੱਕ ਗੱਲ ਤੇ ਮੈਂ ਤੁਹਾਡੇ ਮੰਚ ਤੋਂ ਇਹ ਕਹਿਣਾ ਚਾਹੁੰਦਾ। ਦੂਸਰੀ ਗੱਲ ਮੈਂ ਇਹ ਚਾਹੁੰਦਾ ਕਿ ਇਮੀਡੀਏਟ ਸਿੱਖ ਵੱਡੀ ਜਥੇਬੰਦੀ, ਕੋਈ ਵੱਡਾ ਸੰਗਠਨ, ਕੋਈ ਵੱਡੀ ਪਰਸਨੈਲਿਟੀ ਇਮੀਡੀਏਟ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਫਾਈਲ ਕਰੇ ਮੋਹਨ ਭਾਗਵਤ ਦੀ ਗ੍ਰਿਫਤਾਰੀ ਲਈ, ਜੀ ਸੰਘ ਪ੍ਰਮੁੱਖ ਦੀ ਗ੍ਰਿਫਤਾਰੀ ਵਾਸਤੇ, ਕਿਉਂਕਿ ਇਸ ਮੋਹਨ ਭਾਗਵਤ ਨੇ ਪੂਰੀ ਕੌਮ ਦਾ ਦਿਲ ਦੁਖਾ ਦਿੱਤਾ, ਪੂਰੀ ਕੌਮ ਨੂੰ, ਸਿੱਖ ਕੌਮ ਨੂੰ ਹਿੰਦੂ ਕਹਿ ਕੇ ਸੰਬੋਧਨ ਕੀਤਾ ਜੀ। ਇਸ ਕਰਕੇ ਮੋਹਨ ਭਾਗਵਤ ਦੀ ਗ੍ਰਿਫਤਾਰੀ ਵਾਸਤੇ ਸੁਪਰੀਮ ਕੋਰਟ ਵਿੱਚ ਇੱਕ ਅਰਜੈਂਟ ਰਿਟ ਪਟੀਸ਼ਨ ਫਾਈਲ ਹੋਣੀ ਚਾਹੀਦੀ। ਇਸੇ ਦੇ ਨਾਲ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਕੋਲ ਇੱਕ FIR ਭੇਜਣੀ ਚਾਹੀਦੀ ਹੈ, ਇੱਕ ਕੰਪਲੇਂਟ ਭੇਜਣੀ ਚਾਹੀਦੀ ਹੈ ਕਿ ਤੁਸੀਂ ਇੱਕ FIR ਫੌਰਨ ਫਾइल करो मोहन भागवत के खिलाफ और मोहन भागवत की गिरफ्तारी होनी चाहिए। जेड़ा साडे मंच ने, साडे मुखी लोग ने, अगर वो वड्डियां संस्थावां दे विच काम नहीं करते तो मैं तां अपील करांगा इंडिविजुअल परसनैलिटी नूं, जेड़े विद्वान ने, जेड़े पढ़े लिखे ने, जेड़े पंथ दर्दी ने, जिन्हां कोल पंथ ਦੇ ਵਾਸਤੇ ਬੜੀ ਦੂਰ ਦ੍ਰਿਸ਼ਟੀ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖਟਖਟਾਣ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਫਾਈਲ ਕਰਨ ਔਰ ਇਸ ਦਾ ਇੱਕ ਜ਼ਬਰਦਸਤ ਵਿਰੋਧ ਕਰਨ ਔਰ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਚੁਣੌਤੀ ਦੇਣ ਸੰਘ ਪਰਿਵਾਰ ਨੂੰ ਕਿ ਅਸੀਂ ਨਹੀਂ, ਅਸੀਂ ਸਿੱਖ ਹੋਨੇ ਆ, ਅਸੀਂ ਸਿੱਖਾਂ। ਤੇ ਜਦ ਤੱਕ ਇਹਦਾ ਵਿਰੋਧ ਨਹੀਂ ਹੁੰਦਾ ਤੇ ਇਹ ਵੀ ਇੱਕ ਥਰਮਾਮੀਟਰ ਹੈ ਕੌਮ ਨੂੰ ਜੀ ਕਿ ਅਸੀਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਹਿੰਦੂ ਹੋ ਤੇ ਸਿੱਖਾਂ ਨੇ ਚੁੱਪਚਾਪ ਸੁਣ ਲਿਆ, ਸਿੱਖ ਚੁੱਪ ਹੋ ਗਏ ਨੇ। ਇਹਦਾ ਮਤਲਬ ਕਿ ਸਿੱਖ ਮੰਨਦੇ ਨੇ। ਜੇ ਮੰਨਦੇ ਨਾ ਹੁੰਦੇ ਤੇ ਸਿੱਖ ਫਿਰ ਸੜਕਾਂ ਤੇ ਆ ਜਾਂਦੇ ਤੇ ਸਿੱਖ ਵਿਰੋਧ ਕਰਦੇ। ਏਦਾਂ ਨਹੀਂ ਹੋਇਆ। ਮੈਂ ਤੁਹਾਡੇ ਮੰਚ ਤੋਂ ਅਪੀਲ ਕਰਾਂਗਾ ਸ਼੍ਰੋਮਣੀ ਕਮੇਟੀ ਨੂੰ, ਦਿੱਲੀ ਕਮੇਟੀ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ, ਪੰਥਕ ਜਥੇਬੰਦੀਆਂ ਨੂੰ, ਜੁਝਾਰੂ ਜਥੇਬੰਦੀਆਂ ਨੂੰ, ਸਾਰੇ ਡੇਰੇ ਵਾਲਿਆਂ ਨੂੰ, ਸਾਰੇ ਬਾਬਿਆਂ ਨੂੰ, ਸੰਤਾਂ ਨੂੰ, ਜਿੰਨੇ ਮਹਾਂਪੁਰਸ਼ ਨੇ, ਉਹਨਾਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਬਾਹਰ ਨਿਕਲਣ ਔਰ ਸੰਘ ਪਰਿਵਾਰ ਦਾ ਡਟ ਕੇ ਵਿਰੋਧ ਕਰਨ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲਣ, ਰਾਸ਼ਟਰਪਤੀ ਦੀਆਂ ਅੱਖਾਂ ਖੁੱਲਣ, ਪ੍ਰਧਾਨ ਮੰਤਰੀ ਦੀਆਂ ਅੱਖਾਂ ਖੁੱਲਣ, ਇਸ ਦੇਸ਼ ਵਿੱਚ ਰੂਲ ਕਰਨ ਵਾਲਿਆਂ ਦੀਆਂ ਅੱਖਾਂ ਖੁੱਲ ਜਾਣ। ਸਿੱਖ ਜਿਹੜੇ ਨੇ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨ। ਜੀ ਬੱਬਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਕੱਠੇ ਹੋਣ ਦੀ ਲੋੜ ਹੈ ਤੇ ਆਵਾਜ਼ ਬੁਲੰਦ ਕਰਨ ਦੀ ਵੀ ਲੋੜ ਹੈ, ਪਰ ਕਿਤੇ ਨਾ ਕਿਤੇ ਜੋ ਵਰਤਾਰਾ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦਾ ਜਾਂ ਸੁਪਰੀਮ ਕੋਰਟ, ਹਾਈ ਕੋਰਟਸ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਨਸਾਫ ਦੇ ਹਵਾਲੇ ਨਾਲ ਸਿੱਖਾਂ ਦੇ ਪ੍ਰਤੀ ਰਿਹਾ, ਉਹਦੇ ਚੋਂ ਇਹ ਨਹੀਂ ਨਜ਼ਰ ਆਉਂਦਾ ਵੀ ਕੋਈ ਵੀ ਜਿਹੜੀ ਅਪਰੋਚ ਉਹਨਾਂ ਤੱਕ ਕੀਤੀ ਜਾਵੇ ਉਹਦੇ ਚੋਂ ਕੁਝ ਪੋਜ਼ਿਟਿਵ ਸਿੱਖਾਂ ਦੇ ਲਈ ਨਿਕਲ ਸਕਦਾ ਹੈ। ਤੇ ਜਿਸ ਹਿਸਾਬ ਨਾਲ ਜਿਹੜੀ ਸਿਆਸੀ ਲੀਡਰਸ਼ਿਪ ਹੈ ਉੱਥੇ ਦਿੱਲੀ ਦੇ ਵਿੱਚ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ, ਜਿਹੜੇ ਇਸ ਵਕਤ ਕਾਬਜ਼ ਨੇ, ਪਾਵਰ ਦੇ ਵਿੱਚ ਨੇ, SGPC ਤੇ ਆਪਣਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ, ਉਹਨਾਂ ਦੀ ਚੁੱਪੀ ਵੀ ਕੁਝ ਹੋਰ ਬਿਆਨ ਕਰਦੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਿੱਖ ਬਾਹਰ, ਭਾਰਤ ਦੇ ਨਕਸ਼ੇ ਤੋਂ ਬਾਹਰ ਡਾਇਸਪੋਰਾ ਦੇ ਵਿੱਚ ਬੈਠਾ, ਉਹ ਨਾਰਥ ਅਮਰੀਕਾ ਹੋਵੇ, ਯੂਰਪ ਹੋਵੇ ਜਾਂ ਬਾਕੀ ਕੰਟੀਨੈਂਟਸ ਦੇ ਵਿੱਚ, ਉਹਨਾਂ ਦੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ ਇਸ ਸਿਚੁਏਸ਼ਨ ਦੇ ਵਿੱਚ? ਉਹਨਾਂ ਦੀ ਕੀ ਜ਼ਿੰਮੇਵਾਰੀ ਹੈ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਕ ਗੱਲ ਕਹੀ ਹੈ ਕਿ ਪੂਰੇ ਸੰਸਾਰ
ਸੰਸਾਰ ਦੇ ਵਿੱਚ ਜਿੱਥੇ ਕਿਤੇ ਜਿਸ ਮੁਲਕ ਦੇ ਵਿੱਚ ਪੰਥਕ ਜਥੇਬੰਦੀਆਂ ਹੈਗੀਆਂ ਨੇ, ਵੱਡੇ ਗੁਰਦੁਆਰਾ ਸਾਹਿਬ ਹੈਗੇ ਨੇ, ਵੱਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਪੰਥ ਲਈ, ਉਹ ਬਹੁਤ ਕੁਝ ਜਿਹੜੇ ਸੈਕਸ਼ਨ ਕਰ ਰਹੇ ਨੇ, ਉਹਨਾਂ ਦੀ ਇਸ ਵਕਤ ਬਹੁਤ ਪ੍ਰਾਈਮ ਰਿਸਪੌਂਸਿਬਿਲਿਟੀ ਬਣ ਗਈ ਹੈ ਜੀ, ਉਹਨਾਂ ਦੀ ਜ਼ਿੰਮੇਦਾਰੀ ਬਣ ਗਈ ਹੈ ਕਿ ਹਿੰਦੁਸਤਾਨ ਵਿੱਚ ਰਹਿਣ ਵਾਲਾ ਰਾਸ਼ਟਰ ਜਿਹੜਾ ਹਿੰਦੁਸਤਾਨ ਦੀ ਸਰਕਾਰ ਹੈ, ਉਹ ਸਰਕਾਰ ਸੰਘ ਪਰਿਵਾਰ ਦੀ, ਔਰ ਸੰਘ ਪਰਿਵਾਰ ਨੇ ਸਿੱਖਾਂ ਨੂੰ ਹਿੰਦੂ ਕਹਿ ਦਿੱਤਾ ਹੈ। ਇਸ ਕਰਕੇ ਉਹਨਾਂ ਦਾ ਵਿਰੋਧ ਜ਼ਬਰਦਸਤ ਜਿੱਥੇ ਕਿੱਥੇ ਬੈਠੇ ਨੇ ਉੱਥੇ ਉਹ ਵਿਰੋਧ ਕਰਨ, ਉੱਥੇ ਉਹ ਸਟੇਟਮੈਂਟਾਂ ਜਾਰੀ ਕਰਨ, ਹਿੰਦੁਸਤਾਨ ਦੀ ਸਰਕਾਰ ਨੂੰ ਮੇਲਾ ਕਰਨ ਔਰ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਨੂੰ ਤਾੜਨਾ ਕਰਨ ਕਿ ਉਠੋ ਔਰ ਲੜੋ ਔਰ ਸਰਕਾਰ ਦੀਆਂ ਅੱਖਾਂ ਖੋਲੋ। ਇਹ ਉਹਨਾਂ ਦਾ ਇਸ ਵਕਤ ਪੂਰੀ ਜ਼ਿੰਮੇਦਾਰੀ ਬਣਦੀ ਹੈ ਵਿਦੇਸ਼ਾਂ 'ਚ ਬੈਠੇ ਸਿੱਖਾਂ ਦੀ। ਇੱਕ ਤਰਫ ਸ਼੍ਰੋਮਣੀ ਕਮੇਟੀ ਨੂੰ ਔਰ ਦਿੱਲੀ ਗੁਰਦੁਆਰਾ ਕਮੇਟੀ ਵਰਗੀਆਂ ਵੱਡੀਆਂ ਸੰਸਥਾਵਾਂ ਨੂੰ ਮਜਬੂਰ ਕਰਨ, ਦੂਸਰੀ ਤਰਫ ਹਿੰਦੁਸਤਾਨ ਦੀ ਸਰਕਾਰ ਨੂੰ, ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਉਪ ਰਾਸ਼ਟਰਪਤੀ ਨੂੰ, ਪਾਰਲੀਮੈਂਟ, ਇਹਨਾਂ ਸਾਰਿਆਂ ਨੂੰ ਮੇਲਾ ਭੇਜਣ ਕਿ ਨਹੀਂ, ਤੁਸੀਂ ਆ ਜਿਹੜਾ ਰਸਤਾ ਅਪਣਾ ਲਿਆ ਇਹ ਰਸਤਾ ਠੀਕ ਨਹੀਂ ਹੈ। ਸਿੱਖ ਜਿਹੜੇ ਨੇ ਉਹ ਇੱਕ ਬਹੁਤ ਉਹਨਾਂ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ, ਪਿਛੋਕੜ ਹੈ। ਤੁਸੀਂ ਸਿੱਖਾਂ ਨੂੰ ਹਿੰਦੂ ਕਹਿ ਕੇ ਸਿੱਖਾਂ ਦੀ ਇਨਸਲਟ ਕਰ ਰਹੇ ਹੋ, ਇਸ ਨੂੰ ਬੰਦ ਕਰੋ। ਇਹ ਵਿਦੇਸ਼ਾਂ ਚੋਂ ਜਦ ਆਵਾਜ਼ ਹਿੰਦੁਸਤਾਨ ਤੱਕ ਪਹੁੰਚੇਗੀ, ਇਸਦੇ ਮਤਲਬ ਨਿਕਲਣਗੇ, ਇਸਦੇ ਮਾਇਨੇ ਨਿਕਲਣਗੇ ਔਰ ਸਰਕਾਰ ਜ਼ਰੂਰ ਇਸਦੇ ਉੱਤੇ ਨਜ਼ਰ ਰੱਖੇਗੀ ਔਰ ਸਿੱਖ ਕੌਮ ਦੇ ਵੱਡੇ ਲੀਡਰ ਵੀ ਜਿਹੜੇ ਹਿੰਦੁਸਤਾਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਮਜਬੂਰ ਹੋਣਾ ਪਏਗਾ ਕਿ ਅਸੀਂ ਅਗਰ ਕੁਛ ਨਾ ਕੀਤਾ ਤੇ ਸੰਸਾਰ ਭਰ ਦੇ ਵਿੱਚ ਰਹਿਣ ਵਾਲੇ ਸਿੱਖ ਸਾਡਾ ਵਿਰੋਧ ਕਰਨਗੇ, ਇਸ ਤੋਂ ਡਰਦੇ ਆ ਕੁਛ ਕਰਨਗੇ। ਜੀ ਬਿਲਕੁਲ, ਜਿਹੜਾ ਇੱਕ ਪ੍ਰੈਸ਼ਰ ਬਿਲਡਿੰਗ ਟੈਕਟਿਕ ਹੁੰਦਾ ਉਹਦਾ ਇਸਤੇਮਾਲ ਇਸ ਸਿਚੁਏਸ਼ਨ ਦੇ ਵਿੱਚ ਜ਼ਰੂਰ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਸੋ ਬੱਬਰ ਸਾਹਿਬ, ਇਸ ਸਾਰੇ ਇਸ਼ੂ ਤੇ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਇਸ ਸਦਕਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਨਾਲ, ਉਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।